ਸਤਿ ਸ਼੍ਰੀ ਅਕਾਲ। ਮੈਂ ਸੋਨਮ। ਤੁਸੀਂ ਸੁਣ ਰਹੇ ਹੋ 5 ਕ੍ਰੀਏਸ਼ਨਸ ਦੀ ਪੇਸ਼ਕਸ਼ ਲਾਅ ਪੈਲ ਇੰਡੀਆ। ਸਾਡੇ ਨਾਲ ਨੇ ਐਡਵੋਕੇਟ ਰਵਨੀਤ ਸਿੰਘ ਜੋਸ਼ੀ ਜੀ। ਇਹਨਾਂ ਦੇ ਨਾਲ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਮੁੱਦੇ 'ਤੇ ਗੱਲਬਾਤ ਕਰਾਂਗੇ, ਜੋ ਕਿ ਇੱਕ ਆਮ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਅੱਜ ਦਾ ਆਪਣਾ ਵਿਸ਼ਾ ਹੈ ਮੋਟਰ ਐਕਸੀਡੈਂਟ। ਆਮ ਤੌਰ 'ਤੇ ਮੋਟਰ ਐਕਸੀਡੈਂਟ ਦੇ ਵਿੱਚ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਅਤੇ ਜੋ ਚਲਾ ਗਿਆ ਉਹਦੀ ਭਰਪਾਈ ਤਾਂ ਆਪਾਂ ਨਹੀਂ ਕਰ ਸਕਦੇ, ਪਰ ਵਿਕਟਮ ਦੇ ਪਰਿਵਾਰ ਨੂੰ ਰਾਹਤ ਦੇਣ ਦੇ ਲਈ ਜੋ ਮੁਆਵਜ਼ਾ ਹੈ ਉਹਨੂੰ ਆਪਾਂ ਕਿੱਥੋਂ ਕਲੇਮ ਕਰ ਸਕਦੇ ਹਾਂ, ਕੌਣ ਕਲੇਮ ਕਰੇਗਾ, ਅਤੇ ਉਹਦੇ ਲਈ ਆਪਾਂ ਗੱਲ ਕਰਾਂਗੇ। ਹਾਂਜੀ ਜੋਸ਼ੀ ਜੀ, ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਅਗਰ ਕਿਸੇ ਦੇ ਨਾਲ ਐਵੇਂ ਹੋ ਜਾਂਦਾ ਆ ਤਾਂ ਕਿਸ ਅਦਾਰੇ ਦੇ ਕੋਲ ਜਾ ਕੇ ਉਹ ਕਲੇਮ ਕਰ ਸਕਦੇ ਨੇ? ਦੇਖੋ, ਇਸ ਦੇ ਲਈ ਜੋ ਸੋਨਮ ਜੀ, ਸਭ ਤੋਂ ਪਹਿਲਾਂ ਤਾਂ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕਿਹਾ ਜਾਂਦਾ, ਜੋ ਇੱਕ ਸਪੈਸ਼ਲ ਤਰ੍ਹਾਂ ਦੀ ਕੋਰਟ ਹੈ ਜਿੱਥੇ ਕੋਈ ਵੀ ਐਕਸੀਡੈਂਟ ਰਿਲੇਟਡ ਜਿਹੜੇ ਮਾਮਲੇ ਨੇ ਉਹਨਾਂ ਤੋਂ ਅਰਾਈਜ਼ ਹੋਣ ਵਾਲੇ ਕਲੇਮ ਜਿਹੜੇ ਨੇ ਉਹਨਾਂ ਦੀ ਸੁਣਵਾਈ ਕੀਤੀ ਜਾਂਦੀ ਹੈ। ਮੋਟਰ ਐਕਸੀਡੈਂਟ ਦੇ ਦੌਰਾਨ ਜੋ ਹੈ ਕਈ ਵਾਰ ਜਾਨੀ ਮਾਲੀ ਨੁਕਸਾਨ ਹੋ ਜਾਂਦਾ, ਇਨਸਾਨ ਕਈ ਜ਼ਿੰਦਗੀ ਵੀ ਗਵਾ ਬਹਿੰਦੇ ਨੇ, ਅਤੇ ਕਈ ਵਾਰ ਐਸੀ ਇੰਜਰੀਜ਼ ਹੋ ਜਾਂਦੀ ਹੈ ਜਿਹਦੇ ਨਾਲ ਪੂਰੀ ਜ਼ਿੰਦਗੀ ਭਰ ਲਈ ਉਹਨਾਂ ਨੂੰ ਕੋਈ ਹੈ ਡਿਫੋਰਮਿਟੀ ਜਾਂ ਡਿਸੇਬਿਲਿਟੀ ਉਹਨਾਂ ਦੇ ਲਈ ਜੋ ਹੈ ਪੂਰੀ ਜ਼ਿੰਦਗੀ ਲਈ ਪੈ ਜਾਂਦੀ ਹੈ, ਅਤੇ ਜਿਹਦੇ ਨਾਲ ਉਹਨਾਂ ਦੀ ਆਉਣ ਵਾਲੀ ਆਮਦਨੀ ਅਤੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹਨਾਂ ਦੀ ਆਮਦਨੀ 'ਤੇ ਡਿਪੈਂਡੈਂਟ ਹੁੰਦਾ, ਉਹ ਸਾਰਿਆਂ ਦੀ ਲਾਈਫ ਦੇ ਉੱਤੇ ਬਹੁਤ ਵੱਡਾ ਜੋ ਹੈ ਇੰਪੈਕਟ ਹੋ ਜਾਂਦਾ। ਇਸੇ ਚੀਜ਼ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲਸ ਜਿਹੜੇ ਨੇ ਮੋਟਰ ਐਕਸੀਡੈਂਟ ਐਕਟ ਦੇ ਅੰਡਰ ਇਹ ਤਿਆਰ ਕਰਾਏ ਗਏ ਨੇ, ਅਤੇ ਜਿਹਦੇ ਵਿੱਚ ਡਿਸਟ੍ਰਿਕਟ ਲੈਵਲ 'ਤੇ ਜਿਹੜੇ ਹੈ MACT ਟ੍ਰਿਬਿਊਨਲ ਜਿਨ੍ਹਾਂ ਨੂੰ ਕਿਹਾ ਜਾਂਦਾ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ, ਡਿਸਟ੍ਰਿਕਟ ਲੈਵਲਾਂ 'ਤੇ ਇੱਕ ਸਪੈਸ਼ਲ ਕੋਰਟ ਦੇ ਰੂਪ ਦੇ ਵਿੱਚ ਜੋ ਹੈ ਨਿਯੁਕਤ ਕੀਤੇ ਗਏ ਨੇ। ਇਹਨਾਂ ਟ੍ਰਿਬਿਊਨਲਾਂ ਦੇ ਵਿੱਚ ਆਮ ਤੌਰ 'ਤੇ ਜੋ ਵੀ ਕਲੇਮ ਦੇ ਰਿਲੇਟਡ ਮਾਮਲੇ ਨੇ, ਜੋ ਕਲੇਮ ਅਰਾਈਜ਼ ਹੋ ਰਹੇ ਨੇ ਐਕਸੀਡੈਂਟ ਦੇ ਵਿੱਚੋਂ, ਉਹਨਾਂ ਦੀ ਸੁਣਵਾਈ ਕੀਤੀ ਜਾਂਦੀ ਹੈ। ਠੀਕ ਹੈ ਜੀ। ਅਤੇ ਅਗਰ ਕਲੇਮ ਆਪਾਂ ਕਰਨਾ ਆ ਤਾਂ ਕਲੇਮ ਕੌਣ ਕਰ ਸਕਦਾ ਆ? ਦੇਖੋ, ਕਿਸੇ ਵੀ ਵਿਅਕਤੀ ਨੇ ਜੇ ਮੋਟਰ ਐਕਸੀਡੈਂਟ ਦੇ ਵਿੱਚ ਐਕਸੀਡੈਂਟ ਹੋਇਆ ਹੈ, ਚਾਹੇ ਉਹ ਵਿਅਕਤੀ ਆਪ ਜਾਂ ਜੇ ਉਹਨਾਂ ਦੇ ਕੋਈ ਲਵਡ ਵਨਸ ਨੇ, ਉਹਨਾਂ ਦੇ ਰਿਲੇਟਿਵ ਨੇ, ਜਾਂ ਉਹਨਾਂ ਦੇ ਉੱਤੇ ਡਿਪੈਂਡੈਂਟ ਨੇ, ਇਹ ਸਾਰੇ ਵਿਅਕਤੀ ਜਿਹੜੇ ਆ ਉਹਨਾਂ ਦੇ ਰਿਲੇਟਿਵ ਹੋ ਗਏ, ਉਹਨਾਂ ਦੇ ਡਿਪੈਂਡੈਂਟ ਹੋ ਗਏ, ਉਹਨਾਂ ਨੂੰ ਪਿਆਰ ਕਰਨ ਵਾਲੇ ਹੋ ਗਏ, ਉਹ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਦੇ ਵਿੱਚ ਕਲੇਮ ਪਾ ਸਕਦੇ ਨੇ ਵੀ ਫਲਾਂ ਬੰਦੇ ਦੇ ਉੱਤੇ ਜੋ ਇੰਜਰੀਜ਼ ਹੋਈਆਂ ਨੇ ਜਿਹਦੇ ਕਰਕੇ ਉਹਨੂੰ ਪਰਮਾਨੈਂਟ ਡਿਸੇਬਿਲਿਟੀ ਹੋ ਗਈ, ਜਾਂ ਕਿਸੇ ਕਾਰਨ ਕਰਕੇ ਉਹ ਵਿਅਕਤੀ ਦੀ ਜਾਨ ਚਲੀ ਗਈ ਐਕਸੀਡੈਂਟ ਦੇ ਦੌਰਾਨ, ਤਾਂ ਉਹ ਸਿਚੁਏਸ਼ਨ ਦੇ ਵਿੱਚ ਮੋਟਰ ਐਕਸੀਡੈਂਟ ਦੇ ਸਿਚੁਏਸ਼ਨ ਦੇ ਵਿੱਚ ਇਹਨਾਂ ਲੋਕਾਂ ਦੇ ਵੱਲੋਂ ਜਿਹੜਾ ਹੈ ਕਲੇਮ ਕੀਤਾ ਜਾ ਸਕਦਾ, ਜਦੋਂ ਜਿਹਦੇ ਰਿਜ਼ਲਟ ਦੇ ਵਿੱਚ ਕਿਸੇ ਐਕਸੀਡੈਂਟ ਦੇ ਰਿਜ਼ਲਟ ਦੇ ਵਿੱਚ ਡੈਥ ਹੋਈ ਹੋਵੇ, ਡਿਸੇਬਿਲਿਟੀ ਹੋਈ ਹੋਵੇ, ਜਾਂ ਜਾਨੀ ਮਾਲੀ ਨੁਕਸਾਨ ਹੋਰ ਰੂਪ ਦੇ ਵਿੱਚ ਹੋਇਆ ਹੋਵੇ। ਠੀਕ ਹੈ ਜੀ। ਅਤੇ ਜਦੋਂ ਆਪਾਂ ਜੋਸ਼ੀ ਜੀ ਕਲੇਮ ਕਰ ਦਿੱਤਾ ਅਤੇ ਹੁਣ ਕਿਸੇ ਨਾ ਕਿਸੇ ਨੂੰ ਉਹਦੀ ਭਰਪਾਈ ਕਰਨੀ ਪਏਗੀ, ਪੇ ਕਰਨਾ ਪਏਗਾ, ਅਤੇ ਹੁਣ ਜਿਹੜਾ ਕਲੇਮ ਕੀਤਾ ਹੋਇਆ ਅਤੇ ਉਹਨੂੰ ਪੇ ਕੌਣ ਕਰਦਾ ਆ? ਦੇਖੋ, ਇਸ ਦੇ ਵਿੱਚ ਜਿਹੜਾ ਲਾਅ ਹੈ ਉਹ ਪਰਮਾਨੈਂਟ ਪੋਲਿਸੀ ਜਿਹੜੀ ਹੈ ਉਹ ਹੈਗੀ ਹੈ ਲਾਇਬਿਲਿਟੀ ਜਿਹੜੀ ਆ ਓਨਲੀ ਪੋਲਿਸੀ ਬੇਸਡ ਲਾਇਬਿਲਿਟੀ ਹੁੰਦੀ ਹੈ MACT ਦੇ ਵਿੱਚ। ਪੋਲਿਸੀ ਬੇਸ ਤੋਂ ਭਾਵ ਇਹ ਹੈ ਵੀ ਇਹ ਮੈਂਡੇਟਰੀ ਹੈ ਲਾਅ ਦੇ ਵਿੱਚ ਵੀ ਹਰ ਵਿਅਕਤੀ ਨੇ ਆਪਦੇ ਜਦੋਂ ਵੀ ਮੋਟਰ ਵਾਹੀਕਲ ਪਰਚੇਜ਼ ਕਰਨਾ ਜਾਂ ਮੋਟਰ ਵਾਹੀਕਲ ਚਲਾਉਣਾ, ਹਰ ਵਕਤ ਉਹਦਾ ਇੰਸ਼ੋਰੈਂਸ ਹੋਇਆ ਹੋਣਾ ਚਾਹੀਦਾ। ਇੰਸ਼ੋਰੈਂਸ ਦੇ ਵਿੱਚ ਵੀ ਕਈ ਪ੍ਰਕਾਰ ਦੇ ਇੰਸ਼ੋਰੈਂਸ ਨੇ, ਲੇਕਿਨ ਸਭ ਤੋਂ ਅਹਿਮ ਜੋ ਲਾਅ ਮੈਂਡੇਟਰੀ ਕਰਦਾ ਵੀ ਮਿਨੀਮਮ ਤੋਂ ਮਿਨੀਮਮ ਥਰਡ ਪਾਰਟੀ ਇੰਸ਼ੋਰੈਂਸ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਹਦਾ ਮਤਲਬ ਇਹ ਹੈ ਵੀ ਵੱਖਰੀ ਕੈਟਾਗਰੀਜ਼ ਆਫ ਇੰਸ਼ੋਰੈਂਸ ਨੇ, ਪਰ ਥਰਡ ਪਾਰਟੀ ਇੰਸ਼ੋਰੈਂਸ ਦਾ ਮਤਲਬ ਇਹ ਹੈ ਵੀ ਜੇ ਤੁਹਾਡੇ ਵਾਹਨ ਤੋਂ ਤੁਹਾਡੇ ਵਹੀਕਲ ਤੋਂ ਕਿਸੇ ਹੋਰ ਵਿਅਕਤੀ ਨੂੰ ਜੇ ਇੰਜਰੀ ਹੋ ਜੇ ਤਾਂ ਉਹ ਥਰਡ ਪਾਰਟੀ ਮੰਨਿਆ ਜਾਂਦਾ, ਅਤੇ ਉਸ ਥਰਡ ਪਾਰਟੀ ਨੂੰ ਜੋ ਹੈ ਜੇ ਤੁਹਾਡਾ ਥਰਡ ਪਾਰਟੀ ਇੰਸ਼ੋਰੈਂਸ ਹੈ ਤਾਂ ਇੰਸ਼ੋਰੈਂਸ ਕੰਪਨੀ ਉਸ ਨੁਕਸਾਨ ਦੇ ਲਈ ਜੋ ਵੀ ਹੈ ਭਰਪਾਈ ਉਸ ਕਲੇਮ ਨੂੰ ਫੁੱਲਫਿਲ ਕਰੂਗੀ। ਤਾਂ ਉਸ ਦੇ ਬੇਸਿਸ ਦੇ ਉੱਤੇ ਆਮ ਤੌਰ 'ਤੇ ਜਦੋਂ MACT ਟ੍ਰਿਬਿਊਨਲ ਕੋਲ ਕਲੇਮ ਪਾਏ ਜਾਂਦੇ ਨੇ ਵਿਕਟਮ ਵੱਲੋਂ, ਜਾਂ ਕਿਸੇ ਡਿਸੀਜ਼ਡ ਜੋ ਵਿਅਕਤੀ ਦੀ ਡੈਥ ਹੋ ਗਈ ਹੈ ਉਹਦੇ ਪਰਿਵਾਰ ਵੱਲੋਂ ਜਦੋਂ ਕੇਸ ਪਾਏ ਜਾਂਦੇ ਨੇ, ਤਾਂ ਜਿਹੜੇ ਵਾਹੀਕਲ ਦੇ ਨਾਲ ਉਹ ਇੰਜਰੀ ਹੋਈ ਹੈ ਜਾਂ ਐਕਸੀਡੈਂਟ ਹੋਇਆ ਜਾਂ ਡੈਥ ਕਾਜ਼ ਹੋਈ ਹੈ, ਉਹ ਵਾਹੀਕਲ ਦਾ ਡਰਾਈਵਰ, ਉਹ ਵਾਹੀਕਲ ਦਾ ਜੇ ਡਰਾਈਵਰ ਅਤੇ ਓਨਰ ਸੇਮ ਹੈ ਤਾਂ ਉਹ, ਜੇ ਵੱਖਰੇ ਨੇ ਤਾਂ ਡਰਾਈਵਰ, ਓਨਰ, ਅਤੇ ਤੀਜੇ ਨੰਬਰ 'ਤੇ ਇੰਸ਼ੋਰੈਂਸ ਕੰਪਨੀ, ਇਹਨਾਂ ਤਿੰਨਾਂ ਨੂੰ ਲੈ ਕੇ ਜੋ ਹੈ ਇਹਨਾਂ ਤੋਂ ਕਲੇਮ ਕੀਤਾ ਜਾਂਦਾ। MACT ਡਿਸਾਈਡ ਕਰਦਾ ਵੀ ਇਹ ਕਲੇਮ ਐਕਸਕਲੂਸਿਵਲੀ ਜਿਹੜੀ ਹੈ ਇੰਸ਼ੋਰੈਂਸ ਕੰਪਨੀ ਪੇ ਕਰੇਗੀ, ਜੁਆਇੰਟਲੀ ਓਨਰ ਆਫ ਦਾ ਵਹੀਕਲ ਜਾਂ ਇੰਸ਼ੋਰੈਂਸ ਕੰਪਨੀ ਮਿਲ ਕੇ ਪੇ ਕਰਨਗੇ, ਜਾਂ ਸੈਵਰਲੀ ਵੀ ਇਕੱਲੇ ਕਰਕੇ ਕੁਛ ਅਮਾਊਂਟ ਨੂੰ ਵੰਡ ਕੇ ਤਿੰਨੇ ਜਾਣੇ ਪੇ ਕਰਨਗੇ, ਜਾਂ ਇਕੱਠੇ ਤਿੰਨੇ ਜਾਣੇ ਜੋ ਹੈ ਇੰਨੀ ਅਮਾਊਂਟ ਜੋ ਹੈ ਕਲੇਮੈਂਟ ਨੂੰ ਪੇ ਕਰਨਗੇ। ਇਹ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਤੈਅ ਕਰਦਾ
ਕਲੇਮ ਲਿਆ ਕਿਤੋਂ ਜਾਂਦਾ ਉਹ ਮੈਂ ਤੁਹਾਨੂੰ ਦੱਸਿਆ ਜਿਵੇਂ ਵੀ ਇੰਸ਼ੋਰੈਂਸ ਕੰਪਨੀ, ਓਨਰ ਤੇ ਡਰਾਈਵਰ। ਠੀਕ ਹੈ ਜੀ। ਤੇ ਕਲੇਮ ਨੂੰ ਆਪਾਂ ਕੈਲਕੂਲੇਟ ਕਿੱਦਾਂ ਕਰਦੇ ਹਾਂ? ਦੇਖੋ ਇਹਦੇ ਵਿੱਚ ਕਈ ਅਹਿਮ ਤਰੀਕੇ ਰਹਿੰਦੇ ਨੇ। ਜਦੋਂ ਕਲੇਮ ਨੂੰ MACT ਨੇ ਕੈਲਕੂਲੇਟ ਕਰਨਾ ਹੁੰਦਾ ਤਾਂ ਜਿਸ ਵਿਅਕਤੀ ਦੀ ਇੰਜਰੀ ਹੋਈ ਹੈ, ਡਿਸੇਬਿਲਿਟੀ ਹੋਈ ਹੈ, ਉਹਦੀ ਅਹਿਮ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਦੀ ਉਮਰ ਨੂੰ ਦੇਖਿਆ ਜਾਂਦਾ। ਜੇ ਉਹਦੀ ਉਮਰ 40 ਸਾਲ ਤੋਂ ਨੀਚੇ ਹੈ ਤਾਂ ਫਿਊਚਰ ਪ੍ਰੋਸਪੈਕਟ ਇੱਕ ਟਰਮ ਹੈ MACT ਦੇ ਵਿੱਚ, ਜਿਹਦੇ ਵਿੱਚ ਇਹ ਕੈਲਕੂਲੇਟ ਕੀਤਾ ਜਾਂਦਾ ਵੀ ਉਹਦੇ ਫਿਊਚਰ ਦੇ ਵਿੱਚ ਉਹਨੇ ਕਿੰਨੀ ਕਮਾਈ ਕਰਨੀ ਸੀ। ਤਾਂ ਜਿਹੜੀ ਉਹਦੀ ਮੌਜੂਦਾ ਆਮਦਨੀ ਹੁੰਦੀ ਹੈ, ਜੇ ਉਹ ਕਿਸੇ ਪਰਮਾਨੈਂਟ ਜੌਬ ਤੇ ਹੈ ਤੇ ਉਹ ਜੋ ਹੈ 40 ਸਾਲਾਂ ਤੋਂ ਘੱਟ ਦੀ ਉਮਰ ਹੈ, ਤਾਂ ਤੁਸੀਂ ਇਹ ਲਾ ਲਓ ਵੀ ਉਹਦਾ 50% ਜਿਹੜਾ ਹੈ ਐਡੀਸ਼ਨ ਉਹਦੀ ਆਮਦਨੀ ਦੇ ਵਿੱਚ ਕਰਕੇ ਇਹ ਦੇਖਿਆ ਜਾਂਦਾ ਵੀ ਐਵਰੇਜ ਲਾਈਫ ਆਫ ਏ ਹਿਊਮਨ ਕਿੰਨੀ ਹੋਰ ਹੋਣੀ ਸੀ। ਉਹਦੇ ਨਾਲ ਉਹਨੂੰ ਮਲਟੀਪਲਾਈ ਕਰਕੇ ਜੋ ਹੈ ਕੈਲਕੂਲੇਟ ਕੀਤਾ ਜਾਂਦਾ। ਜੇ ਕਿਸੇ ਵਿਅਕਤੀ ਦੀ ਉਮਰ ਜਿਹੜੀ ਹੈ 50 ਸਾਲ ਤੋਂ ਜਿਹੜੀ ਹੈ 40 ਤੋਂ 50 ਦੇ ਵਿੱਚ ਹੈ, ਅਤੇ ਕਿਉਂਕਿ ਹੁਣ ਆਪਾਂ 50% ਤਾਂ ਲਾਉਣਾ ਜੀ, 40 ਤੋਂ ਨੀਚੇ ਹੈ। ਜੇ 40 ਤੋਂ 50 ਦੇ ਵਿੱਚ ਹੈ ਤਾਂ 30% ਦੀ ਐਡੀਸ਼ਨ ਹੈ, ਕਿਉਂਕਿ ਲਾਈਫ ਐਕਸਪੈਕਟੈਂਸੀ ਉਦੋਂ ਬਾਅਦ ਦੀ ਉਨੀ ਉਮਰ ਜਿਹੜੀ ਹੈ ਉਹ ਘੱਟ ਉਮਰ ਰਹਿ ਜਾਂਦੀ ਹੈ। ਉਦੋਂ ਬਾਅਦ ਜੇ ਵਿਅਕਤੀ ਦੀ 50 ਤੋਂ 60 ਸਾਲ ਦੀ ਉਮਰ ਹੈ ਤਾਂ ਉਹਦੇ ਵਿੱਚ ਫਿਰ 50% ਦੀ ਐਡੀਸ਼ਨ ਕਰਕੇ MACT ਜਿਹੜਾ ਇਹ ਕੈਲਕੂਲੇਟ ਕੀਤਾ ਜਾਂਦਾ। ਬੰਦੇ ਦੀ ਆਮਦਨੀ ਨੂੰ ਵੀ ਦੇਖਿਆ ਜਾਂਦਾ ਵੀ ਕਿੰਨੀ ਉਹਦੀ ਉਸ ਸਮੇਂ ਦੀ ਆਮਦਨੀ ਹੈ ਅਤੇ ਕਿੰਨਾ ਲਾਈਫ ਉਹਦੀ ਐਕਸਪੈਕਟੈਂਸੀ ਹੈ। ਉਹਨਾਂ ਚੀਜ਼ਾਂ ਨੂੰ ਮਲਟੀਪਲਾਈ ਕਰਕੇ MACT ਟ੍ਰਿਬਿਊਨਲ ਦੇ ਵਿੱਚ ਫਾਰਮੂਲੇਟ ਕੀਤੇ ਹੋਏ ਨੇ, ਜਿਨ੍ਹਾਂ ਦੇ ਨਾਲ ਇਹ ਕਲੇਮ ਨੂੰ ਜੋ ਹੈ ਕੈਲਕੂਲੇਟ ਕੀਤਾ ਜਾਂਦਾ। ਠੀਕ ਹੈ। ਤੇ ਤੁਸੀਂ ਜੋ ਹੁਣ ਦੱਸਿਆ ਇਹ ਅਗਰ ਡੈਥ ਹੋ ਜਾਂਦੀ ਹੈ ਤਾਂ ਤੁਸੀਂ ਉਸ ਕੇਸ ਦੇ ਵਿੱਚ ਦੱਸਿਆ ਹੈ ਨਾ? ਜੀ ਬਿਲਕੁਲ ਠੀਕ ਹੈ ਜੀ। ਇਨਫੈਕਟ ਇਹੀ ਪੈਰਾਮੀਟਰਸ ਨੂੰ ਯੂਜ਼ ਕੀਤਾ ਜਾਂਦਾ। ਜੇ ਬੰਦੇ ਦੀ ਕੋਈ ਡਿਸੇਬਿਲਿਟੀ ਵੀ ਹੋ ਜਾਂਦੀ ਹੈ ਅਤੇ ਉਹ ਡਿਸੇਬਿਲਿਟੀ ਦੀ ਕਿੰਨੀ ਪਰਸੈਂਟੇਜ ਹੈ ਅਤੇ ਉਹਦੇ ਨਾਲ ਉਹਦਾ ਫਿਊਚਰ ਪ੍ਰੋਸਪੈਕਟ ਕਿੰਨਾ ਕੁ ਹੈਂਪਰ ਹੋਇਆ, ਉਸ ਰੂਪ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੈਲਕੂਲੇਟ ਕਰਕੇ ਉਸੇ ਰੂਪ 'ਚ ਉਹਦੀ ਡਿਸੇਬਿਲਿਟੀ ਵਾਲੇ ਕੇਸਿਸ ਦੇ ਵਿੱਚ ਵੀ ਜੋ ਹੈ ਉਹ ਕੀਤਾ ਜਾਂਦਾ। ਪਲੱਸ ਤੁਹਾਡਾ ਇਲਾਜ ਦੇ ਦੌਰਾਨ ਕਿੰਨਾ ਐਕਸਪੈਂਸ ਇਨਕਰ ਕੀਤਾ, ਤੁਹਾਡਾ ਜੇ ਕੋਈ ਵਹੀਕਲ ਵੀ ਡੈਮੇਜ ਹੋਇਆ ਉਹਦੀ ਰਿਪੇਅਰ ਦੇ ਵਿੱਚ ਕਿੰਨਾ ਇਨਕਰ ਹੈ, ਉਹ ਚੀਜ਼ਾਂ ਵੀ ਜਦੋਂ ਬੰਦਾ ਉਹਦੇ ਬਿਲਸ ਅਤੇ ਉਹਦੇ ਐਕਸਪੈਂਸਿਸ ਨੂੰ ਪ੍ਰੋਡਿਊਸ ਕਰਦਾ ਅਤੇ ਇਸਟੈਬਲਿਸ਼ ਕਰਦਾ MACT ਦੇ ਵਿੱਚ, ਤਾਂ ਉਹ ਅਮਾਊਂਟ ਵੀ ਕੰਸੀਡਰ ਕਰਕੇ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਅਤੇ ਕਈ ਵਾਰ ਇੱਦਾਂ ਹੁੰਦਾ ਕਿ ਇਨਸਾਨ ਨੂੰ ਕੁਛ ਨਹੀਂ ਹੁੰਦਾ, ਜਿਵੇਂ ਮੰਨ ਲਓ ਕਿ ਵਹੀਕਲ ਟੁੱਟ ਗਿਆ, ਗੱਡੀ ਟੁੱਟ ਗਈ ਜਾਂ ਫਿਰ ਹੈ ਨਾ ਜੋ ਵੀ ਵਹੀਕਲ ਸੀ, ਅਤੇ ਉਸ ਕੇਸ ਦੇ ਵਿੱਚ ਕਿਵੇਂ ਪੇ ਕਰਦੇ ਨੇ, ਕਿਵੇਂ ਕੈਲਕੂਲੇਟ ਕਰਦੇ ਨੇ? ਜੇ ਵਿਅਕਤੀ ਨੂੰ ਨੁਕਸਾਨ ਨਹੀਂ ਹੋਇਆ, ਸਿਰਫ ਵਹੀਕਲ ਦਾ ਨੁਕਸਾਨ ਹੋਇਆ, ਤਾਂ ਜੋ ਵੀ ਉਹਦੀ ਐਕਸਪੈਂਸ ਹੋਣਗੇ, ਜੋ ਉਹਦੀ ਰਿਪੇਅਰ ਦੇ ਵਿੱਚ ਕਾਸਟਿੰਗ ਆਈ ਹੋਊਗੀ ਅਤੇ ਉਹਦੇ ਪ੍ਰੋਪਰ ਬਿਲਸ ਹੋਣਗੇ, ਜੇ ਉਹਨਾਂ ਨੂੰ ਇਸਟੈਬਲਿਸ਼ ਕਰਕੇ ਉਹਦੇ ਅਕੋਰਡਿੰਗਲੀ ਭਰਪਾਈ ਕੀਤੀ ਜਾਂਦੀ ਹੈ। ਠੀਕ ਹੈ ਜੀ। ਅਤੇ ਸਾਨੂੰ ਹੁਣ ਇਹ ਤਾਂ ਪਤਾ ਲੱਗ ਗਿਆ ਕਿ ਕੌਣ ਕਲੇਮ ਪਾਏਗਾ ਅਤੇ ਆਪਾਂ ਇਹਨੂੰ ਕੈਲਕੂਲੇਟ ਕਿੱਦਾਂ ਕਰਾਂਗੇ, ਪੇ ਕਿੱਦਾਂ ਕਰਾਂਗੇ, ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪ੍ਰੋਸੀਜਰ ਕੀ ਹੈ ਕਲੇਮ ਕਰਨ ਦਾ? ਹਾਂਜੀ, ਇਹ ਬੜਾ ਅਹਿਮ ਸਵਾਲ ਹੈ ਵੀ ਪ੍ਰੋਸੀਜਰ ਕੀ ਰਹਿੰਦਾ। ਜਦੋਂ ਵੀ ਕੋਈ ਮੋਟਰ ਐਕਸੀਡੈਂਟ ਹੋ ਜਾਂਦਾ ਹੈ, ਸਭ ਤੋਂ ਪਹਿਲਾਂ ਬੁਨਿਆਦੀ ਜਿਹੜੀ ਜ਼ਰੂਰਤ ਹੈ ਉਦੋਂ FIR ਰਜਿਸਟਰ ਕਰਾਉਣੀ ਬਹੁਤ ਅਹਿਮ ਹੁੰਦੀ ਹੈ। ਐਕਸੀਡੈਂਟ ਹੋਣ ਦੇ ਦੌਰਾਨ ਨਾਲ ਦੀ ਨਾਲ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ। ਪੁਲਿਸ ਜਿਹੜੀ ਹੈ ਮੌਕੇ ਵਾਰਦਾਤ 'ਤੇ ਪਹੁੰਚ ਕੇ ਜਾਂ ਐਕਸੀਡੈਂਟ ਦੀ ਸਪੌਟ 'ਤੇ ਪਹੁੰਚ ਕੇ ਜੋ ਹੈ ਉਸ ਏਰੀਏ ਦੀ ਰਿਪੋਰਟ ਬਣਾਉਂਦੀ ਹੈ, ਜਿਹਨੂੰ FIR ਦਰਜ ਕੀਤਾ ਜਾਂਦਾ ਹੈ ਕੰਪਲੇਨੈਂਟ ਦੀ ਸ਼ਿਕਾਇਤ ਦੇ ਉੱਤੇ ਜਾਂ ਕੋਈ ਵਿਟਨੈਸ ਦੀ ਸ਼ਿਕਾਇਤ ਦੇ ਉੱਤੇ। FIR ਦਰਜ ਕੀਤੀ ਜਾਂਦੀ ਹੈ ਅਤੇ ਉਹ ਤੋਂ ਬਾਅਦ ਚਾਰਜਸ਼ੀਟ ਤਿਆਰ ਕਰਦੀ ਹੈ ਪੁਲਿਸ। ਚਾਰਜਸ਼ੀਟ ਇੱਕ ਤਰੀਕੇ ਨਾਲ ਸਾਰੀ ਇਨਵੈਸਟੀਗੇਸ਼ਨ ਦੀ ਡਿਟੇਲ ਹੁੰਦੀ ਹੈ ਵੀ ਜਦੋਂ ਉਹਨਾਂ ਨੇ ਕੋਈ ਪੜਤਾਲ ਕੀਤੀ ਵੀ ਦੂਜਾ ਡਰਾਈਵਰ ਕੌਣ ਸੀ, ਵਾਹੀਕਲ ਕਿਹੜਾ ਸੀਗਾ, ਕੌਣ ਰਾਈਟ ਸਾਈਡ ਤੋਂ ਆ ਰਿਹਾ ਸੀ, ਕੌਣ ਰੋਂਗ ਸਾਈਡ ਤੋਂ ਆ ਰਿਹਾ ਸੀਗਾ, ਕਿਹਦੀ ਗਲਤੀ ਹੈ, ਕੀ ਪਾਰਟੀਜ਼ 'ਚੋਂ ਦੋਨਾਂ ਡਰਾਈਵਰਾਂ 'ਚੋਂ ਕਿਸੇ ਇੱਕ ਨੇ ਕਿਤੇ ਐਲਕੋਹਲ ਦਾ ਸੇਵਨ ਜਾਂ ਸ਼ਰਾਬ ਦਾ ਸੇਵਨ ਤਾਂ ਨਹੀਂ ਕੀਤਾ ਹੋਇਆ। ਇਹਨਾਂ ਸਾਰੇ ਜੋ ਪਹਿਲੂਆਂ ਨੂੰ ਦੇਖ ਕੇ ਚਾਰਜਸ਼ੀਟ ਇੱਕ ਰਿਪੋਰਟ ਤਿਆਰ ਕਰਦੀ ਹੈ ਪੁਲਿਸ। ਇਸ ਰਿਪੋਰਟ ਜਦੋਂ ਤਿਆਰ ਹੋ ਜਾਂਦੀ ਹੈ, ਇਸ ਰਿਪੋਰਟ ਨੂੰ ਲੈ ਕੇ ਜੋ ਹੈ ਵਿਅਕਤੀ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਪਾ ਸਕਦਾ ਹੈ। ਠੀਕ ਹੈ, ਇਹ ਪ੍ਰੋਸੀਜਰ ਹੈ ਜੀ। ਠੀਕ ਹੈ ਜੀ। ਅਤੇ ਡਾਕੂਮੈਂਟਸ ਕਿਹੜੇ ਰਿਕੁਆਇਰਡ ਹੁੰਦੇ ਨੇ? ਕਿਉਂਕਿ ਹੁਣ ਲਿਖਤ ਰੂਪ ਦੇ ਵਿੱਚ ਉਹ ਪ੍ਰੂਫ ਤਾਂ ਮੰਗਣਗੇ ਕਿ ਤੁਹਾਡੇ ਨਾਲ ਕੀ ਹੋਇਆ ਨਾ, ਤਾਂ ਕਿਹੜੇ ਡਾਕੂਮੈਂਟ ਚਾਹੀਦੇ ਹੁੰਦੇ ਨੇ? ਦੇਖੋ ਜੀ, ਅਹਿਮ ਰੂਪ 'ਤੇ ਜਿਵੇਂ ਮੈਂ ਦੱਸਿਆ, ਸਭ ਤੋਂ ਪਹਿਲੀ ਚੀਜ਼ ਤਾਂ FIR ਹੈ। ਜੋ ਵੀ ਉਸ ਐਕਸੀਡੈਂਟ ਦੇ ਰਿਲੇਟਿਡ FIR ਹੋਈ ਹੈ ਉਹ ਰਿਕੁਆਇਰਡ ਹੈ। ਜੇ ਉਸ ਐਕਸੀਡੈਂਟ ਦੇ ਵਿੱਚ ਕਿਸੇ ਵਿਅਕਤੀ ਦੀ ਡੈਥ ਹੋ ਗਈ ਹੈ ਤਾਂ ਉਹਦੀ ਪੋਸਟਮਾਰਟਮ ਰਿਪੋਰਟ ਬਹੁਤ ਅਹਿਮ ਹੋ ਜਾਂਦੀ ਹੈ। ਡੈਥ ਰਿਪੋਰਟ ਜਿਹਨੂੰ ਕਹਿੰਦੇ MLR ਕਹਿੰਦੇ ਨੇ, ਉਹ ਵੀ ਬਹੁਤ ਅਹਿਮ ਹੋ ਜਾਂਦੀ ਹੈ। ਤੀਜੇ ਨੰਬਰ 'ਤੇ ਜੋ ਵੀ ਕਲੇਮੈਂਟ ਵਿਕਟਮ ਹੈ ਜਾਂ ਜਿਸ ਬੰਦੇ ਨੂੰ ਇੰਜਰੀਜ਼ ਹੋਈਆਂ ਜਾਂ ਜਿਸ ਬੰਦੇ ਉਹਦੇ ਏਜ ਦਾ ਪ੍ਰੂਫ ਬੜਾ ਅਹਿਮ ਹੋ ਜਾਂਦਾ। ਏਜ ਦਾ ਪ੍ਰੂਫ ਜੋ ਵੀ ਹੈ, ਉਹਦੀ 10th ਦੀ ਮਾਰਕਸ਼ੀਟ ਹੋ ਗਈ ਜਾਂ ਆਧਾਰ ਕਾਰਡ ਹੋ ਗਿਆ, ਉਸ ਰੂਪ ਦੇ ਵਿੱਚ ਉਹਦੇ ਏਜ ਦਾ ਪ੍ਰੂਫ ਚਾਹੀਦਾ।
ਚੌਥੇ ਨੰਬਰ ਤੇ ਤੁਸੀਂ ਕਹਿ ਸਕਦੇ ਹੋ ਵੀ ਆਇਡੈਂਟੀਟੀ ਜਿਹੜੀ ਵੀ ਕਲੇਮੈਂਟ, ਜੇ ਕਈ ਵਾਰ ਬੰਦੇ ਦੀ ਡੈਥ ਹੋ ਗਈ ਹੈ ਤਾਂ ਉਹਦੀ ਪਤਨੀ ਵੱਲੋਂ ਜਾਂ ਉਹਦੇ ਬੱਚਿਆਂ ਵੱਲੋਂ ਕੇਸ ਕੀਤਾ ਜਾਂਦਾ, ਤਾਂ ਉਹ ਜਿਹੜੇ ਬੰਦੇ ਨੇ ਕੇਸ ਕੀਤਾ ਹੈ ਉਹਦਾ ਰਿਲੇਸ਼ਨ ਕੀ ਸੀ ਉਸ ਬੰਦੇ ਦੇ ਨਾਲ ਜਿਸ ਦੀ ਡੈਥ ਹੋਈ ਹੈ ਜਾਂ ਜਿਸ ਦਾ ਐਕਸੀਡੈਂਟ ਹੋਇਆ, ਉਹ ਰਿਲੇਸ਼ਨ ਨੂੰ ਇਸਟੈਬਲਿਸ਼ ਕਰਨ ਲਈ ਕੋਈ ਡਾਕੂਮੈਂਟ ਚਾਹੀਦਾ, ਆਇਡੈਂਟੀਟੀ ਪ੍ਰੂਫ, ਜਿਹਦੇ ਵਿੱਚ ਸਨ ਆਫ ਸੋ ਐਂਡ ਸੋ, ਫਾਦਰ ਆਫ ਸੋ ਐਂਡ ਸੋ ਜਾਂ ਵਾਈਫ ਆਫ ਸੋ ਐਂਡ ਸੋ ਡਿਟੇਲ ਮਤਲਬ ਡਾਕੂਮੈਂਟ ਹੋਵੇ, ਜਿਹਦੇ ਵਿੱਚ ਪਤਾ ਲੱਗ ਰਿਹਾ ਹੋਵੇ ਵੀ ਜੋ ਬੰਦਾ ਹੁਣ ਕਲੇਮ ਕਰ ਰਿਹਾ ਉਹਦਾ ਉਸ ਬੰਦੇ ਨਾਲ ਸੰਬੰਧ ਕੀ ਹੈ। ਪੰਜਵੇਂ ਨੰਬਰ 'ਤੇ ਬਿਲਸ, ਐਕਸਪੈਂਸਿਸ ਜਿਹੜੇ ਇਨਕਰਡ ਹੋਏ ਨੇ ਟਰੀਟਮੈਂਟ ਦੇ ਦੌਰਾਨ, ਉਹ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਛੇਵੇਂ ਨੰਬਰ 'ਤੇ ਤੁਸੀਂ ਇਹ ਕਹਿ ਸਕਦੇ ਹੋ ਵੀ ਉਸ ਬੰਦੇ ਦੀ ਤੁਸੀਂ ਇਨਕਮ ਵੀ ਇਸਟੈਬਲਿਸ਼ ਕਰਨੀ ਹੈ ਵੀ ਮੌਕੇ 'ਤੇ ਕਿੰਨੀ ਉਹ ਆਮਦਨੀ ਸੀ ਉਹ ਵਿਅਕਤੀ ਦੀ, ਤਾਂ ਪ੍ਰੂਫ ਆਫ ਇਨਕਮ ਬਹੁਤ ਜ਼ਰੂਰੀ ਹੈ। ਅਤੇ ਜੇ ਉਸ ਟਰੀਟਮੈਂਟ ਦੇ ਦੌਰਾਨ ਬੰਦੇ ਨੂੰ ਕੋਈ ਡਿਸੇਬਿਲਿਟੀ ਹੋ ਗਈ ਹੈ, ਕੋਈ ਪਰਮਾਨੈਂਟ ਡਿਸੇਬਿਲਿਟੀ ਹੋ ਗਈ ਹੈ, ਤਾਂ ਮੈਡੀਕਲ ਟਰਮਸ 'ਚ ਉਹ ਡਿਸੇਬਿਲਿਟੀ ਸਰਟੀਫਿਕੇਟ ਦੀ ਜ਼ਰੂਰਤ ਪੈਂਦੀ ਹੈ ਵੀ ਕਿੰਨਾ ਕੁ ਡਿਸੇਬਿਲਿਟੀ ਹੋ ਗਈ ਹੈ। ਜੇ ਵਿਕਟਮ ਜੋ ਹੈ ਕੋਈ ਵਹੀਕਲ ਚਲਾ ਰਿਹਾ ਸੀ ਅਤੇ ਉਹ ਸਹੀ ਰਸਤੇ 'ਤੇ ਸੀ ਅਤੇ ਸਹੀ ਤਰੀਕੇ ਨਾਲ ਡਰਾਈਵ ਕਰ ਰਿਹਾ ਸੀ, ਉਹਦੇ ਲਈ ਵਿਕਟਮ ਜੇ ਕੋਈ ਵਹੀਕਲ ਚਲਾ ਰਿਹਾ ਤਾਂ ਵਿਕਟਮ ਦਾ ਜਿਹੜਾ ਹੈ ਡਰਾਈਵਿੰਗ ਲਾਇਸੈਂਸ ਜਿਹੜਾ ਵੈਲਿਡ, ਉਹ ਵੀ ਜ਼ਰੂਰਤ ਪੈਂਦੀ ਹੈ ਉਸ ਚੀਜ਼ ਦੀ। ਠੀਕ ਹੈ ਜੀ। ਜੀ, ਇਸ ਤੋਂ ਇਲਾਵਾ ਇੱਕ ਆਖਰੀ ਚੀਜ਼ ਰਹਿ ਗਈ, ਇੰਸ਼ੋਰੈਂਸ ਪਾਲਿਸੀ ਜੇ ਤੁਹਾਡੀ ਆਪਦੀ ਵੀ ਹੈ ਤਾਂ ਉਹਦੀ ਵੀ ਜੋ ਹੈ ਉਹਨੂੰ ਵੀ ਅੱਗੇ ਰੱਖਿਆ ਜਾ ਸਕਦਾ ਹੈ। ਠੀਕ ਹੈ ਜੀ। ਅਤੇ ਜਿਵੇਂ ਤੁਸੀਂ ਹੁਣ ਕਿਹਾ ਕਿ ਅਗਰ ਡਰਾਈਵਿੰਗ ਲਾਇਸੈਂਸ ਹੈ ਜਾਂ ਫਿਰ ਅਗਰ ਗਲਤ ਸਾਈਡ 'ਤੇ ਤਾਂ ਨਹੀਂ ਡਰਾਈਵ ਕਰ ਰਿਹਾ ਸੀ, ਹੈ ਨਾ, ਅਗਰ ਮੰਨ ਲਓ ਕਿ ਐਕਸੀਡੈਂਟ ਹੋ ਗਿਆ ਅਤੇ ਜਦੋਂ ਸਭ ਕੁਝ ਚੈੱਕ ਕੀਤਾ ਗਿਆ ਤਾਂ ਉਹਦੇ 'ਚ ਵਿਕਟਮ ਦੀ ਗਲਤੀ ਅਗਰ ਪ੍ਰੂਫ ਹੋ ਜਾਏ ਕਿ ਹੈ ਨਾ ਗਲਤ ਸੀ, ਗਲਤ ਸਾਈਡ 'ਤੇ ਆ ਰਿਹਾ ਸੀ, ਤਾਂ ਉਸ ਚੀਜ਼ 'ਚ ਵੀ ਕਲੇਮ ਕਰ ਸਕਦੇ ਹਾਂ। ਬਿਲਕੁਲ, ਉਸ ਕੇਸ ਦੇ ਵਿੱਚ ਵੀ ਕਲੇਮ ਕੀਤੇ ਜਾਂਦੇ ਨੇ। ਉਸ ਦੇ ਵਿੱਚ ਇੱਕ ਕੰਸੈਪਟ ਹੈ ਲਾਅ ਦਾ ਜਿਹਨੂੰ ਕਹਿੰਦੇ ਕੰਟਰੀਬਿਊਟਰੀ ਨੈਗਲੀਜੈਂਸ, ਮਤਲਬ ਕਿ ਜੋ ਵਿਕਟਮ ਹੈ ਜਾਂ ਜਿਹਨੇ ਜਿਸ ਦੇ ਸੱਟਾਂ ਵੱਜੀਆਂ ਨੇ, ਉਹ ਵਿਅਕਤੀ ਦੀ ਵੀ ਕਿਤੇ ਨਾ ਕਿਤੇ ਨੈਗਲੀਜੈਂਸ, ਕਿਉਂਕਿ ਐਕਸੀਡੈਂਟ ਕੋਈ ਜਾਣਬੁੱਝ ਕੇ ਤਾਂ ਹੁੰਦੇ ਨਹੀਂ ਹੈ, ਇਹਦਾ ਅਹਿਮ ਕਾਰਨ ਕਿਤੇ ਨਾ ਕਿਤੇ ਕੋਈ ਕੋਤਾਹੀ ਜਾਂ ਨੈਗਲੀਜੈਂਸ ਹੁੰਦੀ ਹੈ। ਤਾਂ ਜੇ ਨੈਗਲੀਜੈਂਸ ਸਿਰਫ ਦੂਜੀ ਸਾਈਡ ਤੋਂ ਨਹੀਂ ਬਲਕਿ ਜੋ ਵਿਕਟਮ ਹੈ ਉਹਦੇ ਵੱਲੋਂ ਵੀ ਨੈਗਲੀਜੈਂਸ ਹੈ, ਤਾਂ ਉਹਨੂੰ ਕੰਟਰੀਬਿਊਟਰੀ ਨੈਗਲੀਜੈਂਸ ਕਿਹਾ ਜਾਂਦਾ। ਅਤੇ ਇਹਦੇ ਵਿੱਚ ਇਹ ਨਹੀਂ ਵੀ ਕੰਪਨਸੇਸ਼ਨ ਮਿਲੂਗਾ ਨਹੀਂ, ਕੰਪਨਸੇਸ਼ਨ ਤਾਂ ਫਿਰ ਵੀ ਮਿਲੂਗਾ, ਲੇਕਿਨ ਉਸ ਦੀ ਅਮਾਊਂਟ, ਕਿਉਂਕਿ ਤੁਸੀਂ ਉਹਦੇ ਵਿੱਚ ਨੈਗਲੀਜੈਂਸ ਕਰਨ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੀ ਵੀ ਜੋ ਹੈ ਸ਼ਮੂਲੀਅਤ ਹੈ, ਤਾਂ ਉਹ ਕੰਪਨਸੇਸ਼ਨ ਦੀ ਅਮਾਊਂਟ ਥੋੜ੍ਹੀ ਰਿਡਿਊਸ ਹੋ ਜਾਂਦੀ ਹੈ। ਤੁਹਾਨੂੰ ਮਤਲਬ ਹਾਫ ਆਫ ਦਾ ਕੰਪਨਸੇਸ਼ਨ ਬੀਅਰ ਕਰਨਾ ਪੈ ਸਕਦਾ ਵੀ ਉਹ ਹਾਫ ਦਾ ਅਮਾਊਂਟ ਹੋ ਜਾਏ, ਹੋਰ ਹੋ ਜਾਏ, ਤਾਂ ਕੰਪਨਸੇਸ਼ਨ ਦੀ ਅਮਾਊਂਟ ਘੱਟ ਜੂਗੀ, ਲੇਕਿਨ ਕੰਪਨਸੇਸ਼ਨ ਫਿਰ ਵੀ ਤੁਸੀਂ ਕਲੇਮ ਕਰ ਸਕਦੇ ਹੋ। ਠੀਕ ਹੈ ਜੀ। ਅਗਰ ਪ੍ਰੂਫ ਵੀ ਹੋ ਗਿਆ ਤੁਸੀਂ ਕਲੇਮ ਕਰ ਸਕਦੇ ਹੋ, ਪਰ ਜਿਹੜਾ ਤੁਹਾਨੂੰ ਅਮਾਊਂਟ ਮਿਲੇਗਾ ਕਿਉਂਕਿ ਤੁਹਾਡੀ ਗਲਤੀ ਹੈ ਤਾਂ ਫਿਰ ਉਹਦੇ 'ਚ ਡਿਫਰੈਂਸ ਆ ਜਾਏਗਾ। ਠੀਕ ਹੈ ਜੀ। ਅਤੇ ਜਦੋਂ ਐਕਸੀਡੈਂਟ ਹੋ ਜਾਂਦਾ, ਚਾਹੇ ਗੱਡੀ ਦਾ ਨੁਕਸਾਨ ਹੋਇਆ ਜਾਂ ਆਪਾਂ ਕਹੀਏ ਕਿ ਜਾਨ ਦਾ ਨੁਕਸਾਨ ਹੋਇਆ, ਹੈ ਨਾ, ਅਤੇ ਥੋੜ੍ਹਾ ਟਾਈਮ ਤਾਂ ਲੱਗ ਜਾਂਦਾ ਕਿ ਜਦੋਂ ਤੱਕ ਬੰਦੇ ਨੂੰ ਸਮਝ ਆਉਂਦੀ ਕਿ ਮੈਂ ਕਰਨਾ ਕੀ ਹੈ। ਅਤੇ ਟਾਈਮ ਲਿਮਿਟ ਕੀ ਰਹੇਗੀ ਕਿ ਕਦੋਂ ਤੱਕ ਜਾਂ ਫਿਰ ਕਿੰਨੇ ਟਾਈਮ ਦੇ ਵਿੱਚ ਆਪਾਂ ਕਲੇਮ ਕਰ ਸਕਦੇ ਹਾਂ? ਦੇਖੋ ਜੀ, ਐਕਟ ਦੇ ਮੁਤਾਬਕ ਮੋਟਰ ਐਕਸੀਡੈਂਟ ਕਲੇਮ ਨੂੰ ਜੋ ਹੈ ਕਲੇਮ ਕਰਨ ਦੇ ਲਈ ਐਕਸੀਡੈਂਟ ਦੀ ਡੇਟ ਤੋਂ 90 ਦਿਨਾਂ ਦੇ ਅੰਦਰ ਅੰਦਰ ਜਿਹੜਾ ਹੈ ਮੋਟਰ ਐਕਸੀਡੈਂਟ ਕਲੇਮ ਫਾਈਲ ਕਰਨਾ ਹੁੰਦਾ। ਠੀਕ ਹੈ ਜੀ। ਅਗਰ 90 ਦਿਨ ਦਾ ਟਾਈਮ ਮੰਨ ਲਓ ਕਿ ਲੰਘ ਜਾਏ ਜਾਂ ਫਿਰ ਪਤਾ ਨਾ ਹੋਵੇ ਜਾਂ ਫਿਰ 90 ਦਿਨ ਤੋਂ ਬਾਅਦ ਹੀ ਪਤਾ ਲੱਗਾ ਕਿ ਮੈਂ ਕਲੇਮ ਕਰ ਸਕਦਾ, ਤਾਂ ਉਹਦੇ 'ਚ ਕਾਨੂੰਨ ਦੀ ਕਹਿਣਾ ਹੈ ਵੀ ਨਾ ਪਤਾ ਹੋਣਾ ਤਾਂ ਕੋਈ ਕਾਰਨ ਨਹੀਂ ਮੰਨਿਆ ਜਾ ਸਕਦਾ। ਹਾਂ, ਲੇਕਿਨ ਹਾਂ ਕੋਈ ਮਜਬੂਰੀ ਹੈ, ਵਿਅਕਤੀ ਐਸਾ ਹੈ ਵੀ ਵਿਅਕਤੀ ਜੋ ਜਿਹਨੇ ਕਲੇਮ ਪਾਉਣਾ ਹੈ ਉਹ ਇੰਡੀਵਿਜੂਅਲ ਹੈ, ਉਸੇ ਦਾ ਹੀ ਐਕਸੀਡੈਂਟ ਹੋਇਆ, ਅਤੇ ਉਹ ਮੈਡੀਕਲੀ ਇਸ ਕੰਡੀਸ਼ਨ 'ਚ ਦੇ ਵਿੱਚ ਨਹੀਂ ਹੈ ਵੀ ਉਹ FIR ਦੀ ਕਾਪੀ ਲਵੇ ਅਤੇ ਚਾਰਜ ਸ਼ੀਟ ਓਬਟੇਨ ਕਰੇ ਅਤੇ ਕਿਸੇ ਵਕੀਲ ਕੋਲ ਜਾ ਕੇ ਕਹੇ ਵੀ ਮੇਰਾ ਕਲੇਮ ਪਾ ਦੇ, ਕਿਉਂਕਿ ਉਹ ਹਸਪਤਾਲ ਦੇ ਵਿੱਚ ਇਸ ਪੋਜੀਸ਼ਨ 'ਚ ਹੈ। ਤਾਂ ਉਸ ਕੇਸ ਦੇ ਵਿੱਚ, ਉਸ ਸਿਚੁਏਸ਼ਨ ਦੇ ਵਿੱਚ ਉਸ ਵਿਅਕਤੀ ਦਾ ਕੋਈ ਪੈਰੋਕਾਰ ਵੀ ਨਹੀਂ ਸੀਗਾ, ਕੋਈ ਪਰਿਵਾਰਕ ਮੈਂਬਰ ਵੀ ਨਹੀਂ ਸੀਗਾ। ਉਹਨਾਂ ਕੇਸਾਂ ਦੇ ਵਿੱਚ ਜਿੰਨੀ ਵੀ ਡਿਲੇ ਹੈ, ਜੇ ਉਹ ਜਸਟੀਫਾਈ ਕਰ ਦਿੰਦਾ ਮੈਡੀਕਲ ਸਰਟੀਫਿਕੇਟਸ ਲਗਾ ਕੇ ਕਿ ਮੈਂ ਆਪ ਕਲੇਮ ਕਰਨਾ ਸੀ ਅਤੇ ਮੈਂ ਇਸ ਪੋਜੀਸ਼ਨ 'ਚ ਨਹੀਂ ਸੀ ਵੀ ਕੋਰਟ ਨੂੰ ਅਪਰੋਚ ਕਰ ਸਕਾਂ, ਤਾਂ ਉਹ ਡਿਲੇ ਨੂੰ ਜੋ ਹੈ ਐਗਜ਼ੈਂਪਟ ਵੀ ਕੀਤਾ ਜਾਂਦਾ, ਅਤੇ ਉਹਦੇ ਕਲੇਮ ਨੂੰ ਜਦੋਂ ਵੀ ਉਹ ਫਿੱਟ ਹੋ ਕੇ ਜੋ ਹੈ ਕੋਰਟ ਨੂੰ ਅਪਰੋਚ ਕਰਦਾ, ਉਸ ਟਾਈਮ 'ਤੇ ਉਹਦੇ ਕਲੇਮ ਨੂੰ ਐਂਟਰਟੇਨ ਕੀਤਾ ਜਾ ਸਕਦਾ। ਜੇ ਰੀਜ਼ਨੇਬਲ ਕੌਜ਼ ਹੈ ਤੁਹਾਡੇ ਕੋਲ ਕਿਸੇ ਵੀ ਕਾਰਨ ਲਈ, ਅਤੇ ਕੋਈ ਡਿਊਰੇਸ਼ਨ ਦਿੱਤੀ ਹੋਈ ਹੈ, ਟਾਈਮ ਲਿਮਿਟ ਦਿੱਤੀ ਹੋਈ ਹੈ ਕਾਨੂੰਨ ਦੇ ਵਿੱਚ, ਸਿਰਫ MACT ਨਹੀਂ ਹੋਰ ਵੀ ਥਾਵਾਂ 'ਤੇ ਕੇਸ ਕਰਨ ਦੇ ਵਿੱਚ ਜੇ ਟਾਈਮ ਲਿਮਿਟ ਦਿੱਤੀ ਹੋਈ ਹੈ, ਲੇਕਿਨ ਤੁਹਾਡੇ ਕੋਲ ਰੀਜ਼ਨੇਬਲ ਕੌਜ਼ ਹੈ ਵੀ ਮੈਂ ਇਸ ਕਰਕੇ ਸਮੇਂ ਸਿਰ ਨਹੀਂ ਕਰ ਸਕਿਆ, ਅਤੇ ਜੇ ਉਹ ਤੁਸੀਂ ਇਸਟੈਬਲਿਸ਼ ਕਰ ਦਿੰਦੇ ਹੋ ਅਤੇ ਕੋਰਟ ਸੈਟਿਸਫਾਈ ਹੈ, ਤਾਂ ਡਿਲੇਜ਼ ਨੂੰ ਜੋ ਹੈ ਕੰਡੋਨ ਕਹਿੰਦੇ ਨੇ, ਉਸ ਡਿਲੇ ਨੂੰ ਜੋ ਹੈ ਮਾਫ ਕਰ ਦਿੱਤਾ ਜਾਂਦਾ, ਐਗਜ਼ੈਂਪਟ ਕਰ ਦਿੱਤਾ ਜਾਂਦਾ ਉਹ ਪੀਰੀਅਡ ਨੂੰ ਜਿੰਨੀ ਦੇਰ ਤੁਹਾਡੀ ਡਿਲੇ ਹੈ, ਅਤੇ ਤੁਹਾਡੇ ਕਲੇਮ ਨੂੰ ਐਂਟਰਟੇਨ ਕੀਤਾ ਜਾਂਦਾ। ਠੀਕ ਹੈ।
ਤੇ ਰਵਨੀਤ ਜੀ ਇੱਕ ਚੀਜ਼ ਹੋਰ ਹੈ ਇਹਦੇ 'ਚ ਕਿ ਹਿੱਟ ਐਂਡ ਰਨ ਦੇ ਕੇਸਿਸ ਆਪਾਂ ਦੇਖਦੇ ਆ ਨਾ ਕਿ ਹਿੱਟ ਕਰਕੇ ਭੱਜ ਜਾਂਦੇ ਨੇ ਹੈ ਨਾ, ਕੋਈ ਰੁਕਦਾ ਨਹੀਂ ਕਿ ਮੇਰੇ ਸਿਰ ਨਾ ਪੈ ਜਾਏ ਜਾਂ ਫਿਰ ਜਿਹੜਾ ਵੀ ਖਰਚਾ ਆਏਗਾ ਕਿਤੇ ਮੈਨੂੰ ਭਰਨਾ ਨਾ ਪੈ ਜਾਏ ਹੈ ਨਾ, ਜਾਂ ਫਿਰ ਮੈਂ ਪੁਲਿਸ ਦੇ ਚੱਕਰਾਂ 'ਚ ਨਾ ਪੈ ਜਾਣਾ। ਤੇ ਉਸ ਕੇਸ ਦੇ ਵਿੱਚ ਆਪਾਂ ਕਿਵੇਂ ਕਲੇਮ ਕਰ ਸਕਦੇ ਹਾਂ ਜਾਂ ਫਿਰ ਉਹਦੇ ਵਿੱਚ ਕੀ ਉਹਦਾ ਇਲਾਜ ਹੋਏਗਾ? ਮੈਂ ਤੁਹਾਡੀ ਗੱਲ ਸਮਝ ਗਿਆ। ਜਦੋਂ ਮੋਟਰ ਐਕਸੀਡੈਂਟ ਹੁਣ ਤੱਕ ਜੋ ਗੱਲ ਕੀਤੀ ਹੈ, ਆਮ ਤੌਰ 'ਤੇ ਆਪਾਂ ਨੂੰ ਉਹ ਡਰਾਈਵਰ ਦਾ ਪਤਾ ਹੈ, ਵਹੀਕਲ ਦਾ ਪਤਾ ਹੈ, ਵਹੀਕਲ ਨੰਬਰ ਪਤਾ ਹੈ ਜਿਹਦੇ ਰਾਹੀਂ ਆਪਾਂ ਨੂੰ ਐਕਸੀਡੈਂਟ ਹੋਇਆ। ਪਰ ਕੀ ਉਹ ਸਿਚੁਏਸ਼ਨ ਦਾ ਕੀ ਕਰੀਏ ਜਦੋਂ ਆਪਾਂ ਨੂੰ ਇਹੀ ਨਹੀਂ ਪਤਾ ਵੀ ਇਹ ਐਕਸੀਡੈਂਟ ਕੀਤਾ ਕਿਹਦੇ ਵੱਲੋਂ ਗਿਆ? ਤੁਸੀਂ ਉਹਨੂੰ ਦੇਖ ਨਹੀਂ ਸਕੇ, ਰਾਤ ਦੇ ਅੰਧੇਰੇ ਵਿੱਚ ਐਕਸੀਡੈਂਟ ਹੋਇਆ ਜਾਂ ਕਿ ਕੋਈ ਵਿਅਕਤੀ ਨਹੀਂ ਸੀਗਾ ਜਾਂ ਉੱਥੇ CCTV ਅਵੇਲੇਬਲ ਨਹੀਂ ਸੀ ਜਿਹਦੇ ਨਾਲ ਆਇਡੈਂਟੀਫਾਈ ਹੋ ਸਕੇ ਵੀ ਕਿਹੜੇ ਵਹੀਕਲ ਤੇ ਕਿਹੜੇ ਬੰਦੇ ਦੇ ਵੱਲੋਂ ਇਹ ਐਕਸੀਡੈਂਟ ਕੀਤਾ ਗਿਆ। ਦੂਜੇ ਪਾਸੇ ਆਪਣੇ ਕੋਲ ਇੱਕ ਵਿਕਟਮ ਹੁੰਦਾ ਜਿਹਨੇ ਇੰਜਰੀ ਸਸਟੇਨ ਕਰ ਲਈ ਹੈ ਜਾਂ ਹੋ ਸਕਦਾ ਉਹ ਵਿਕਟਮ ਦੀ ਡੈਥ ਵੀ ਹੋ ਗਈ ਹੈ ਇਸ ਸਿਚੁਏਸ਼ਨ 'ਚ, ਪਰ ਆਪਾਂ ਨੂੰ ਐਕਸੀਡੈਂਟ ਕਰਨ ਵਾਲੇ ਦਾ ਕੋਈ ਨਹੀਂ ਪਤਾ। ਉਹ ਸਿਚੁਏਸ਼ਨ 'ਚ ਉਹਦੇ ਪੈਰੋਕਾਰ ਜਿਹੜੇ ਨੇ ਉਹ ਕਲੇਮ ਕਰ ਸਕਦੇ ਨੇ। ਉਹਦੇ ਲਈ ਇੱਕ ਸਪੈਸ਼ਲ ਆਫਿਸਿਸ ਬਣੇ ਹੋਏ ਨੇ ਸਬ ਡਿਵੀਜ਼ਨ ਜਾਂ ਤਾਲੁਕਾ ਲੈਵਲ 'ਤੇ, ਜਿਨ੍ਹਾਂ ਨੂੰ ਕਲੇਮ ਇਨਕੁਆਇਰੀ ਆਫਿਸਿਸ ਕਿਹਾ ਜਾਂਦਾ। ਉੱਥੇ ਤੁਸੀਂ ਇਹ ਹਿੱਟ ਐਂਡ ਰਨ ਦਾ ਜਿਹੜਾ ਹੈ ਕਲੇਮ ਉਹਦੇ ਪੈਰੋਕਾਰਾਂ ਵੱਲੋਂ ਜੋ ਹੈ ਕਲੇਮ ਕੀਤਾ ਜਾ ਸਕਦਾ। ਅਤੇ ਇੱਕ ਸਪੈਸ਼ਲ ਕਾਰਪਸ ਜੋ ਕਹਿੰਦੇ ਹੈ ਨਾ, ਇੱਕ ਫੰਡ ਤਿਆਰ ਕੀਤਾ ਗਿਆ ਜਿਹੜਾ ਸੋਲੇਟੀਅਮ ਫੰਡ ਕਿਹਾ ਜਾਂਦਾ ਜਿਹਨੂੰ ਜਨਰਲ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚੋਂ ਜੋ ਇਹਦੇ ਵਿੱਚ ਕੰਟਰੀਬਿਊਟ ਕਰਦੀ ਉਸ ਫੰਡ ਦੇ ਵਿੱਚ, ਅਤੇ ਉਸ ਫੰਡ ਦੇ ਵਿੱਚੋਂ ਕੁਛ ਨਾ ਕੁਛ ਕਲੇਮ ਅਮਾਊਂਟ ਜਿਹੜੀ ਹੈ ਉਹਨਾਂ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ ਜੋ ਇਹ ਕਲੇਮ ਕਰਦੇ ਨੇ। ਆਫਟਰ ਡਿਊ ਪ੍ਰੋਸੈਸ ਇਨਕੁਆਇਰੀ ਵਗੈਰਾ ਕੰਡਕਟ ਕੀਤੀ ਜਾਂਦੀ ਹੈ ਸਬ ਡਿਵੀਜ਼ਨ ਲੈਵਲ 'ਤੇ ਅਫਸਰਾਨਾਂ ਵੱਲੋਂ, ਅਤੇ ਉਸ ਤੋਂ ਬਾਅਦ ਉਸ ਫੰਡ ਦੇ ਵਿੱਚੋਂ ਜਿਹੜਾ ਤਿਆਰ ਕੀਤਾ ਹੋਇਆ, ਚਾਹੇ ਅਨਨੋਨ ਬੰਦੇ ਦੇ ਵੱਲੋਂ ਵੀ ਐਕਸੀਡੈਂਟ ਹੋ ਗਿਆ, ਜੋ ਵੀ ਬਣਦੀ ਅਮਾਊਂਟ ਹੈ ਉਹ ਉਹਨਾਂ ਨੂੰ ਵਿਕਟਮ ਨੂੰ ਦਿੱਤੀ ਜਾਂਦੀ ਹੈ। ਠੀਕ ਹੈ, ਅਗਰ ਕੋਈ ਵਿਟਨੈਸ ਨਹੀਂ ਹੈ, ਕਿਸੇ ਨੇ ਨਹੀਂ ਦੇਖਿਆ, ਕੋਈ ਕੈਮਰੇ 'ਚ ਰਿਕਾਰਡ ਨਹੀਂ ਹੋਇਆ, ਦੈਨ ਸਟਿਲ ਕਲੇਮ ਕਰ ਸਕਦੇ ਹਾਂ। ਬਿਲਕੁਲ ਕਰ ਸਕਦੇ। ਉਮੀਦ ਕਰਦੀ ਹਾਂ ਅੱਜ ਦਾ ਵਿਸ਼ਾ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਹਾਡੇ ਕੁਝ ਸੁਝਾਅ ਨੇ, ਤੁਸੀਂ ਕੁਝ ਇੰਪਰੂਵਮੈਂਟਸ ਚਾਹੁੰਦੇ ਹੋ, ਤੁਸੀਂ ਸਾਨੂੰ ਲਿਖ ਸਕਦੇ ਹੋ www.lawpalindia.com 'ਤੇ। ਹੱਸਦੇ ਰਹੋ, ਵਸਦੇ ਰਹੋ। ਸਭ ਨੂੰ ਮੇਰੀ ਸਤਿ ਸ਼੍ਰੀ ਅਕਾਲ।